जी आए ਨੂੰ प्यारे विद्यार्थियों, पंजाब स्टेट एजुकेशन बोर्ड की अंग्रेजी की किताब माई इंग्लिश कंपेनियन उसका लैसन नंबर 7 द प्रिंसैस हू नैवर स्माइल्ड, वो राजकुमारी जो कदी नहीं मुस्कुराई। उसकी एक्टिविटी नंबर 10 जिसका सिरलेख है लर्निंग टू यूज़ लैंग्वेज, अर्थात बोली की वरतों का अभ्यास, बोली की वरतों की सिखलाई इस वीडियो में करन जा रहे हाँ। सो अपनी नोटबुक ले लो, पेन ले लो ਤੇ ਜਿਹੜੀਆਂ ਗੱਲਾਂ ਦੱਸੀਆਂ ਜਾਣਗੀਆਂ ਕੁਝ ਮਹੱਤਵਪੂਰਨ ਗੱਲਾਂ ਨੇ, ਇਹਦੇ ਵਿੱਚ ਸ਼ਬਦ ਨੇ, ਉਹ ਸਾਰੇ ਤੁਸੀਂ ਨੋਟ ਕਰ ਲੈਣੇ ਨੇ। ਇਹਦੇ ਵਿੱਚ ਪਿਆਰੇ ਵਿਦਿਆਰਥੀਓ ਕੁਝ ਜਨਰਲ ਨੌਲੇਜ ਦੀਆਂ ਗੱਲਾਂ ਵੀ ਹੈਗੀਆਂ ਤੇ ਇੱਕ ਅੱਧੀ ਗੱਲ ਵਿੱਚ ਗਣਿਤ ਦੀ ਵੀ ਹੈਗੀ ਹੈ ਬੜੀ ਰੋਚਕ। ਸੋ ਉਹ ਵੀ ਤੁਹਾਡੇ ਨਾਲ ਇਹ ਵੇਰਵੇ ਸਹਿਤ ਉਹਨੂੰ ਅਸੀਂ ਸਾਂਝੇ ਕਰ ਲਵਾਂਗੇ, ਠੀਕ ਹੈ। ਸੋ ਆਓ ਸ਼ੁਰੂ ਕਰੀਏ। ਐਕਟੀਵਿਟੀ ਨੰਬਰ 9, ਰੀਡ ਦੀ ਡਾਇਲੌਗ ਬਿਟਵੀਨ ਅ ਡਾਇਨਾਸੌਰ ਐਂਡ ਅ ਸਪੈਰੋ। ਕਹਿੰਦੇ ਡਾਇਲੌਗ ਦਾ ਮਤਲਬ ਹੁੰਦਾ ਬੱਚੋ ਦੋ ਜਣਿਆਂ ਦੇ ਵਿੱਚ ਗੱਲਬਾਤ, ਠੀਕ ਹੈ। ਕਹਿੰਦੇ ਹੇਠ ਲਿਖਿਆ ਜੋ ਡਾਇਲੌਗ ਹੈਗਾ ਗੱਲਬਾਤ ਹੈ ਡਾਇਨਾਸੌਰ ਦੇ ਵਿੱਚ ਤੇ ਇੱਕ ਚਿੜੀ ਦੇ ਵਿੱਚ ਗੱਲਬਾਤ ਹੈਗੀ ਹੈ, ਉਹਨੂੰ ਪੜੋ। ਫਿਰ ਡਾਇਨਾਸੌਰ ਇਜ਼ ਐਨ ਐਕਸਟਿੰਕਟ ਐਨੀਮਲ। ਐਕਸਟਿੰਕਟ ਹੁੰਦਾ ਬੱਚੋ ਜੋ ਕਦੀ ਸੀ ਤੇ ਹੁਣ ਨਹੀਂ ਹੈਗਾ, ਮਤਲਬ ਕਿ ਐਕਸਟਿੰਕਟ ਹੋ ਗਿਆ ਅਰਥਾਤ ਧਰਤੀ ਤੋਂ ਅਲੋਪ ਹੋ ਗਿਆ, ਹੁਣ ਉਹ ਚੀਜ਼ ਨਹੀਂ ਹੈਗੀ, ਨॉन ਐਗਜ਼ਿਸਟੈਂਟ ਹੈਗੀ ਹੈ, ਉਹਨੂੰ ਹੋਂਦ ਵਿੱਚ ਨਹੀਂ ਹੈਗੀ। So dinosaur is an extinct animal and sparrow is about to become extinct। ਅਤੇ ਚਿੜੀ ਜਿਹੜੀ ਹੈ ਉਹ ਅਲੋਪ ਹੋਣ ਦੀ ਕਗਾਰ ਤੇ ਵੇ, ਅਲੋਪ ਹੋਣ ਵਾਲੀ ਹੈ। ਤੁਸੀਂ ਆਲੇ ਦੁਆਲੇ ਬੱਚੋ ਦੇਖਦੇ ਹੋਵੋਗੇ, ਕਿਉਂਕਿ ਮੈਨੂੰ ਤਾਂ ਚੰਗੀ ਤਰ੍ਹਾਂ ਯਾਦ ਹੈ ਛੋਟੇ ਹੁੰਦੇ ਸੀ ਚਿੜੀਆਂ ਬਹੁਤ ਜ਼ਿਆਦਾ ਦੇਖਦੇ ਸੀਗੇ। ਕਈ ਵਾਰ ਤੇ ਉੜਦੀਆਂ ਉੜਦੀਆਂ ਚਿੜੀਆਂ ਸਾਡੇ ਕਮਰਿਆਂ ਵਿੱਚ ਆ ਜਾਂਦੀਆਂ ਸੀ ਤੇ ਕੰਧ ਤੇ ਲੱਗਾ ਜਿਹੜਾ ਸ਼ੀਸ਼ਾ ਹੁੰਦਾ ਸੀ ਉਹ ਤੇ ਉਹਨਾਂ ਨੇ ਆਪਣਾ ਸ਼ਕਲ ਦੇਖਣੀ ਸ਼ੀਸ਼ੇ 'ਚ ਤੇ ਉਹਨਾਂ ਨੇ ਸੋਚਣਾ ਦੂਜੀ ਚਿੜੀ ਤੇ ਉੱਤੇ ਚੁੰਝਾਂ ਮਾਰਨੀਆਂ ਤੇ ਕਦੀ ਅੱਗੇ ਪੱਖੇ ਤੇ ਬਹਿ ਜਾਣਾ, ਕਦੀ ਰੋਸ਼ਨਦਾਨ ਜਾ ਕੇ ਬਹਿ ਜਾਣਾ, ਤੇ ਉਹ ਸਾਡੇ ਕਮਰਿਆਂ ਦੇ ਵਿੱਚ ਇੱਦਾਂ ਫਿਰਦੀਆਂ ਸੀਗੀਆਂ। ਤੇ ਆਮ ਰੁੱਖਾਂ ਤੇ ਦਰਖਤਾਂ ਤੇ ਸਾਨੂੰ ਘਰਾਂ ਵਿੱਚ ਜਿਹੜੇ ਹੁਣ ਤੇ ਘਰਾਂ ਤੋਂ ਅਸੀਂ ਬੂਟੇ ਵੀ ਹਟਾ ਦਿੱਤੇ, ਸਾਨੂੰ ਪੱਥਰਾਂ ਦੇ ਨਾਲ ਇੰਨਾ ਪਿਆਰ ਹੋ ਗਿਆ, ਨਹੀਂ ਤੇ ਘਰਾਂ 'ਚ ਕੋਈ ਡੇਕ ਹੁੰਦੀ ਸੀ, ਕੋਈ ਤੂਤ ਹੁੰਦਾ ਸੀ, ਮਾੜਾ ਮੋਟਾ ਕੋਈ ਨਾ ਕੋਈ ਬੂਟਾ ਹੁੰਦਾ ਤੇ ਉੱਥੇ ਵੀ ਸਾਰੀਆਂ ਚਿੜੀਆਂ ਬਹੁਤ ਸਾਰੀਆਂ ਆਉਂਦੀਆਂ ਹੁੰਦੀਆਂ ਸੀ, ਅਮਰੂਦ ਦੇ ਪੇੜ ਹੁੰਦੇ ਸੀਗੇ। ਸੋ ਹੁਣ ਚਿੜੀਆਂ ਵੀ ਜਿਹੜੀਆਂ ਨੇ ਉਹਨਾਂ ਦੀ ਗਿਣਤੀ ਬਹੁਤ ਘੱਟ ਗਈ ਹੈ ਤੇ ਕਈ ਮਾਹਰਾਂ ਦਾ ਮੰਨਣਾ ਹੈ ਕਿ ਇਹ ਚਿੜੀਆਂ ਵੀ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਇੱਥੋਂ ਦੀ ਧਰਤੀ ਤੋਂ ਅਲੋਪ ਹੋ ਜਾਣਗੀਆਂ, ਐਕਸਟਿੰਕਟ ਹੋ ਜਾਣਗੀਆਂ। ਤੇ ਕਾਰਨ ਕੀ ਰੇਡੀਏਸ਼ਨ ਫਰੋਮ ਦੀ ਮੋਬਾਈਲ ਫੋਨ ਟਾਵਰਸ, ਅਰਥਾਤ ਜਿਹੜੇ ਮੋਬਾਈਲ ਫੋਨ ਨੇ ਉਹਨਾਂ ਦੀਆਂ ਜਿਹੜੀਆਂ ਮੀਨਾਰਾਂ ਨੇ, ਉਹਨਾਂ ਦੇ ਜਿਹੜੇ ਟਾਵਰ ਬਣੇ ਹੋਏ ਨੇ ਹਨਾ, ਇਹ ਉੱਤੇ ਛੱਤਾਂ ਤੇ ਲੋਕਾਂ ਨੇ ਲਾਏ ਹੋਏ, ਕਈ ਥਾਂ ਤੇ ਲਾਏ ਨੇ ਉੱਚੇ ਉੱਚੇ ਜਿਹੜੇ ਬੁਰਜ ਹੈਗੇ ਨੇ, ਉਹਨਾਂ 'ਚੋਂ ਤਰੰਗਾਂ ਨਿਕਲਦੀਆਂ, ਰੇਡੀਏਸ਼ਨਸ ਨਿਕਲਦੀਆਂ, ਕਿਰਨਾਂ ਨਿਕਲਦੀਆਂ। ਹੈਜ਼ ਹਾਰਮਡ ਸਪੈਰੋਜ਼, ਉਹਨਾਂ ਨੇ ਉਹ ਕਿਰਨਾਂ ਨੇ ਚਿੜੀਆਂ ਦਾ ਤੇ ਅਦਰ ਬਰਡਸ ਦੂਜੇ ਪੰਛੀਆਂ ਦਾ ਨੁਕਸਾਨ ਕੀਤਾ ਹੈ। ਹਾਰਮ ਮੈਨੇ ਹੁੰਦਾ ਨੁਕਸਾਨ ਕਰਨਾ, ਹੈਜ਼ ਹਾਰਮਡ ਮੈਨੇ ਨੁਕਸਾਨ ਕੀਤਾ ਹੈ। ਤੇ ਇਹ ਬੱਚੋ ਡਾਇਲੌਗ ਅੱਧਾ ਹੈਗਾ, ਠੀਕ ਹੈ। ਉਹਨਾਂ ਨੇ ਇੱਕ ਗੱਲ ਸ਼ੁਰੂ ਕਰਕੇ ਤੁਹਾਡੇ ਲਈ ਰਾਹ ਖੋਲ ਦਿੱਤਾ ਤੇ ਫਿਰ ਕਹਿੰਦੇ ਕੰਪਲੀਟ ਦੀ ਡਾਇਲੌਗ, ਇਸ ਡਾਇਲੌਗ ਨੂੰ, ਇਸ ਗੱਲਬਾਤ ਨੂੰ ਪੂਰਾ ਕਰੋ ਬਾਈ ਟੇਕਿੰਗ ਇਨਫੋਰਮੇਸ਼ਨ ਫਰੋਮ ਦੀ ਗਿਵਨ ਟੇਬਲ। ਤੇ ਥੱਲੇ ਇੱਕ ਟੇਬਲ ਹੈਗਾ, ਉਹ 'ਚ ਇਨਫੋਰਮੇਸ਼ਨ ਜਾਣਕਾਰੀ ਦਿੱਤੀ ਹੈ। ਕਹਿੰਦੇ ਉਧਰੋਂ ਦੀ ਸਹਾਰਾ ਲੈ ਕੇ, ਉਧਰੋਂ ਦੀ ਸੇਧ ਲੈ ਕੇ, ਉਹ ਇਨਫੋਰਮੇਸ਼ਨ ਨੂੰ ਵਰਤ ਕੇ ਤੁਸੀਂ ਜਿਹੜੀ ਉਹ ਚਿੜੀ ਹੋਰ ਡਾਇਨਾਸੌਰ ਦੀ ਗੱਲਬਾਤ ਚੱਲਦੀ ਪਈ ਹੈ ਉਹਨੂੰ ਅੱਗੇ ਪੂਰਾ ਕਰੋ। ਸੋ ਬੜਾ ਰੋਚਕ ਹੈ ਬੱਚਿਓ, ਇਹ ਥੋੜੀ ਕਲਪਨਾ ਵੀ ਵਰਤਣੀ ਹੈ, ਥੋੜਾ ਸਾਨੂੰ ਸੈਂਟੈਂਸ ਬਣਾਉਣ ਦਾ, ਲਿਖਣ ਦਾ ਅਭਿਆਸ ਵੀ ਹੋਏਗਾ। ਸੋ ਤੁਸੀਂ ਪਹਿਲੇ ਆਪ ਕੋਸ਼ਿਸ਼ ਕਰ ਲਓ, ਫਿਰ ਵੀਡੀਓ ਦੇਖ ਲਓ, ਤੇ ਜੇ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਨੋਟ ਕਰ ਲਓ ਤੇ ਜੋ ਮੈਂ ਬਣਾਇਆ ਇਹਦੇ ਵਿੱਚ ਵੀ ਤੁਸੀਂ ਨਾ ਕੋਈ ਤਬਦੀਲੀ ਕਰੋ, ਹੇਰ ਫੇਰ ਕਰੋ, ਅੱਗੜ ਪਿਛੜ ਕਰੋ ਤੇ ਨਵਾਂ ਕੁਛ ਜਿਹੜੀ ਇਹ ਚੀਜ਼ ਬਣਾਉਣ ਦੀ, ਪੇਸ਼ ਕਰਨ ਦੀ ਕੋਸ਼ਿਸ਼ ਕਰੋ, ਠੀਕ ਹੈ। ਆਓ ਹੁਣ ਦੇਖੀਏ। ਸੋ ਇਹ ਟੇਬਲ ਵਿੱਚ ਇਹ ਜਾਣਕਾਰੀ ਦਿੱਤੀ, ਕਹਿੰਦੇ ਫਸਟ ਅਪੀਅਰਡ, ਪਹਿਲਾਂ ਪਹਿਲ ਉਹ ਪ੍ਰਗਟ ਹੋਏ, ਮਤਲਬ ਕਿ ਧਰਤੀ ਤੇ ਆਏ, ਕਦੋਂ 235 ਮਿਲੀਅਨ ਈਅਰਸ ਅਗੋ। ਹੁਣ ਬੱਚਿਓ ਐਵੇਂ ਮਿਲੀਅਨ ਮੈਂ ਕਹਿ ਰਹੀ ਸੀ ਤੁਹਾਨੂੰ ਗਣਿਤ ਦੀ ਗੱਲ ਦੱਸਾਂਗਾ ਬੱਚਿਓ, ਮਿਲੀਅਨ ਵਿੱਚ 6 ਸਿਫਰ ਹੁੰਦੇ ਨੇ, 6 ਜ਼ੀਰੋ, ਇੱਕ ਤੋਂ ਬਾਅਦ 6 ਜ਼ੀਰੋ ਲਗਾ ਦਿਓ ਤੇ ਉਹ ਬਣਦਾ 1 ਮਿਲੀਅਨ, ਠੀਕ ਹੈ। ਤੇ ਜੇ 6 ਜ਼ੀਰੋ ਹੋਣ ਤੇ ਆਪਣੀ ਜਿਹੜੀ ਭਾਰਤੀ ਗਿਣਤੀ ਜੋ ਪ੍ਰਣਾਲੀ ਹੈ, ਅਸੀਂ 1 ਮਿਲੀਅਨ ਨੂੰ ਕਹਿੰਦੇ ਹਾਂ 10 ਲੱਖ, ਠੀਕ ਹੈ। ਤੇ ਜੇ ਉਹ 100 ਲੱਖ ਹੋ ਜਾਏ ਫਿਰ ਅਸੀਂ ਕਹਿੰਦੇ 1 ਕਰੋੜ, ਤੇ 1 ਕਰੋੜ ਵਿੱਚ ਕਿੰਨੇ ਸਿਫਰ ਹੁੰਦੇ ਨੇ? 7 ਹੁੰਦੇ ਨੇ। ਤੇ ਮਿਲੀਅਨ ਵਿੱਚ ਕਿੰਨੇ ਹੁੰਦੇ ਨੇ? 6। ਇਹਦਾ ਮਤਲਬ ਇਹ ਹੋਇਆ 10 ਮਿਲੀਅਨ ਦਾ ਮਤਲਬ ਹੋ ਗਿਆ 1 ਕਰੋੜ। ਤੇ ਜੇ ਮੈਂ ਇੱਥੋਂ ਦੀ ਇੱਕ ਡੈਸੀਮਲ ਪਾ ਦੇਵਾਂ ਇੱਥੇ,
ਤੇ ਕਿੰਨਾ 23.5 ਹੋ ਜਾਏਗਾ ਨਾ, यानी कि 23 ਕਰੋੜ 50 ਲੱਖ। ਇਹਦਾ ਮਤਲਬ ਹੋ ਗਿਆ, ਮਤਲਬ ਕਿ ਜੇ ਮੈਂ ਇਹਨੂੰ ਕਰੋੜ ਵਿੱਚ ਕਰਨਾ ਹੋਵੇ, ਜੇ ਮਿਲੀਅਨ ਹੈ ਤੇ ਜਿਵੇਂ 6 ਜ਼ੀਰੋ ਲਗਾ ਦੇਵਾਂ, ਠੀਕ ਹੈ, ਤੇ 6 ਦੀ ਜਗ੍ਹਾ ਮੈਂ 7 ਕਰ ਦੇਵਾਂ ਜ਼ੀਰੋ, ਇੱਥੇ ਮੈਂ ਕਰਦਾ ਕਰੋੜ ਤੇ ਇੱਥੇ ਕਰਦਾ ਡੈਸੀਮਲ। ਸੋ ਇਹ 235 ਮਿਲੀਅਨ ਕਿੰਨਾ ਹੋ ਗਿਆ ਬੱਚਿਓ, ਕਿਉਂਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਜਿਹੜਾ 10 ਮਿਲੀਅਨ ਹੈ ਉਹ 1 ਕਰੋੜ ਦੇ ਬਰਾਬਰ ਹੁੰਦਾ ਹੈ। ਸੋ 235 ਮਿਲੀਅਨ ਦਾ ਕੀ ਹੁੰਦਾ ਵੀ ਇੱਕ ਇੱਥੇ ਘਟਾ ਦਵੋ ਤੇ ਕਰੋੜ ਕਰ ਦਵੋ। ਜਿੱਥੇ ਮਿਲੀਅਨ ਹੋਵੇ ਨਾ ਬੱਚਿਓ, ਜਿੱਥੇ ਮਿਲੀਅਨ ਹੋਵੇ ਉੱਥੇ ਇੱਕ ਜਿਹੜਾ ਇਹ ਜਿਹੜੀ ਚੀਜ਼ ਹੈ ਉਹਨੂੰ ਘਟਾ ਦਿਓ, ਇੱਥੇ ਲੈ ਆਓ, 23.5 ਹੋ ਗਿਆ ਤੇ ਇਹ ਬਣ ਗਿਆ ਕਰੋੜ। ਅਰਥਾਤ 23.5 ਕਰੋੜ ਸਾਲ ਪਹਿਲਾਂ 235 ਮਿਲੀਅਨ ਈਅਰਸ ਅਗੋ ਡਾਇਨਾਸੌਰ ਧਰਤੀ ਤੇ ਪਹਿਲਾਂ ਪ੍ਰਗਟ ਹੋਏ। ਠੀਕ ਹੈ। ਕਲਾਸ ਕਿਹੜੀ ਸੀ? ਰੈਪਟਾਈਲ। ਰੈਪਟਾਈਲ ਬੱਚਿਓ ਕਿਹੜੀ ਨਸਲ ਹੁੰਦੀ ਹੈ? ਜਿਹੜੇ ਰੇਂਗਦੇ ਨੇ, ਜਿਹੜੇ ਸੱਪ ਹੁੰਦੇ ਨੇ, ਠੀਕ ਹੈ, ਸੱਪ ਹੋ ਗਈਆਂ, ਕਿਰਲੀਆਂ ਹੋ ਗਈਆਂ, ਇਹ ਸਾਰੇ ਕੀ ਨੇ? ਰੈਪਟਾਈਲ ਹੈਗੇ ਨੇ, ਰੈਪਟਾਈਲ, ਰੇਂਗਣ ਵਾਲੇ। ਤੇ ਸਾਈਜ਼ ਕਹਿੰਦੇ ਵੱਖਰੇ ਵੱਖਰੇ ਸਾਈਜ਼, ਡਿਫਰੈਂਟ ਸਾਈਜ਼। 20 ਇੰਚ ਵਾਲਾ ਵੀ ਸੀ ਛੋਟਾ, ਹਨਾ, ਮਤਲਬ 1.5 ਫੁੱਟ ਕਰ ਲਓ, ਠੀਕ ਹੈ, 1.5 ਫੁੱਟ ਤੋਂ ਥੋੜਾ ਜ਼ਿਆਦਾ, 1.5 ਫੁੱਟ ਤੋਂ ਥੋੜਾ ਜ਼ਿਆਦਾ, 20 ਇੰਚ ਤੋਂ ਲੈ ਕੇ 39.7 ਮੀਟਰ ਤੱਕ, ਮਤਲਬ ਕਿ ਆਲਮੋਸਟ ਕਿੰਨਾ ਹੋ ਗਿਆ? 1 ਫੁੱਟ ਵਿੱਚ ਬੱਚਿਓ, ਸੌਰੀ 1 ਮੀਟਰ ਵਿੱਚ 3.3 ਫੁੱਟ ਹੁੰਦੇ ਨੇ। ਸੋ ਇਹਨੂੰ 3 ਦੇ ਨਾਲ ਜਿਹੜੇ ਤੁਸੀਂ ਜਰਬ ਕਰੋਗੇ, 40 30 12 120 ਤੇ ਆਲਮੋਸਟ 120 12, ਮਤਲਬ ਆਲਮੋਸਟ 130 ਮੀਟਰ ਤੱਕ ਲੰਬੇ, ਸੌਰੀ 130 ਫੁੱਟ ਤੱਕ ਲੰਬੇ, 130 135 ਫੁੱਟ ਤੱਕ ਲੰਬੇ, 20 ਇੰਚ ਤੋਂ ਲੈ ਕੇ 130 ਫੁੱਟ 135 ਫੁੱਟ ਤੱਕ ਲੰਬੇ ਡਾਇਨਾਸੌਰ ਹੁੰਦੇ ਸੀ, 39.7 ਮੀਟਰ। ਠੀਕ ਹੈ। ਤੇ ਹਾਈਟ ਉੱਚੇ ਕਿੰਨੇ ਹੁੰਦੇ ਸੀਗੇ? 59 ਫੀਟ। ਹੁਣ ਦੇਖੋ ਆਮ ਜਿਹੜਾ ਬੰਦਾ ਇੱਕ ਕੋਈ 6 ਫੁੱਟ ਦਾ ਵੀ ਉਹਦੇ ਕਹਿੰਦੇ ਲੈ ਵੀ ਬੜਾ ਤਗੜਾ ਕੱਦ ਹੈਗਾ ਇਹਦਾ, ਤੇ ਹਨਾ 5 ਫੁੱਟ 10 ਇੰਚ ਵੀ ਚੰਗਾ ਕੱਦ ਮੰਨਿਆ ਜਾਂਦਾ ਹੈ। ਤੇ ਇਹ ਤੁਸੀਂ ਹੁਣ ਅੰਦਾਜ਼ਾ ਲਗਾ ਲਓ ਕਿ ਜੇ ਇਹ ਆਲਮੋਸਟ 60 ਫੁੱਟ ਹੋਵੇ, ਵੀ ਇੱਕ ਜਿਹੜਾ ਆਮ ਬੰਦਾ ਲੰਬਾ ਹੁੰਦਾ ਹੈ 6 ਫੁੱਟ ਦਾ, ਉੱਦਾਂ ਦੇ 10 ਬੰਦੇ ਉਹਦੇ ਇੱਕ ਦੇ ਉੱਤੇ ਖੜੇ ਕਰ ਦਿਓ ਤੇ 19 ਫੁੱਟ 60 ਫੁੱਟ ਲਾਰਜੈਸਟ ਡਾਇਨਾਸੌਰ, ਜਿਹੜੇ ਸਭ ਤੋਂ ਵੱਡੇ ਡਾਇਨਾਸੌਰ ਸੀ, ਉਹ 60 ਫੁੱਟ ਤੱਕ ਉੱਚੇ ਸੀ। ਤੇ ਲਾਈਫ ਔਨ ਅਰਥ, ਧਰਤੀ ਤੇ ਉਹਨਾਂ ਦੀ ਉਮਰ ਕਿੰਨੀ ਰਹੀ? ਉਹਦੀ ਧਰਤੀ ਤੇ ਕਿੰਨੇ ਸਾਲ ਉਹ ਟਿਕੇ ਰਹੇ? ਠੀਕ ਹੈ, ਉਹ ਸੀ 150 ਮਿਲੀਅਨ ਈਅਰਸ। ਹੁਣ ਤੁਹਾਨੂੰ ਮੈਂ ਦੱਸਿਆ ਨਾ ਬੱਚਿਓ, ਹੁਣ ਮੈਂ ਜਿਹੜੀਆਂ ਜੇ ਮਿਲੀਅਨ ਨੂੰ ਮੈਂ ਕੀ ਕਰਾਂਗਾ, ਮਿਲੀਅਨ ਕਿੰਨੇ ਨੂੰ? 10 ਲੱਖ, ਤੇ 10 ਲੱਖ ਤੋਂ ਮੈਂ ਇੱਥੋਂ ਚੱਕ ਲਿਆ ਜ਼ੀਰੋ, ਕਿੱਥੇ ਚੱਕ ਲਿਆ ਤੇ 100 ਜਗ੍ਹਾ ਤੇ ਕਰੋੜ ਬਣ ਗਿਆ, ਹਨਾ। ਸੋ ਜੇ ਮੈਂ ਇੱਥੋਂ ਚੱਕ ਲਿਆ ਇੱਕ ਜ਼ੀਰੋ, ਇੱਥੋਂ ਮੈਂ ਇਹਦੇ ਨਾਲ ਜੋੜਤਾ ਤੇ ਬਣੇ 15 ਕਰੋੜ ਸਾਲ, ਮਤਲਬ 23.5 ਕਰੋੜ ਸਾਲ ਪਹਿਲੇ ਪ੍ਰਗਟ ਹੋਏ ਤੇ 15 ਕਰੋੜ ਸਾਲ ਤੱਕ ਡਾਇਨਾਸੌਰ ਧਰਤੀ ਤੇ ਰਹੇ। ਠੀਕ ਹੈ। ਫਿਰ ਐਕਸਟਿੰਕਸ਼ਨ ਮਾने ਉਹ ਅਵਸਥਾ ਜਦੋਂ ਮੁੱਕ ਗਏ, ਖਤਮ ਹੋ ਗਏ, ਉਹਨਾਂ ਦਾ ਖਾਤਮਾ ਹੋ ਗਿਆ, ਐਕਸਟਿੰਕਸ਼ਨ। ਉਹ ਕਦੋਂ ਸੀ? 66 ਮਿਲੀਅਨ ਈਅਰਸ ਅਗੋ, ਅਰਥਾਤ 6.6 ਕਰੋੜ ਸਾਲ ਪਹਿਲਾਂ। 66 ਮਿਲੀਅਨ ਈਅਰਸ ਅਗੋ, 6.6 ਕਰੋੜ ਸਾਲ ਅੱਜ ਤੋਂ ਜੇ ਅਸੀਂ ਕਾਊਂਟ ਕਰੀਏ ਤੇ ਪਿੱਛੇ ਨੂੰ ਚੱਲ ਜਾਈਏ ਤੇ 6 ਕਰੋੜ 60 ਲੱਖ ਸਾਲ ਪਹਿਲਾਂ ਉਹ ਇੱਥੋਂ ਦੀ ਮਤਲਬ ਇਸ ਧਰਤੀ ਤੋਂ ਖਤਮ ਹੋ ਗਏ। ਫਿਰ ਕਹਿੰਦੇ ਕਾਜ਼ ਆਫ ਐਕਸਟਿੰਕਸ਼ਨ, ਉਹਨਾਂ ਦੇ ਖਾਤਮੇ ਦਾ ਕਾਰਨ ਕੀ ਸੀ? ਐਸਟੇਰੋਇਡ ਹਿੱਟ ਔਨ ਦੀ ਅਰਥ। ਐਸਟੇਰੋਇਡ ਬੱਚਿਓ ਇਹ ਪੁਲਾੜ ਦੇ ਵਿੱਚ ਜਿਹੜੀਆਂ ਚੱਟਾਨਾਂ, ਵੱਡੇ ਵੱਡੇ ਪੱਥਰ ਹੁੰਦੇ ਨੇ, ਠੀਕ ਹੈ ਨਾ, ਅਸੀਂ ਮੈਟਿਓਰ ਵੀ ਦੇਖਦੇ ਹਾਂ, ਜਿਹਨੂੰ ਅਸੀਂ ਪੁੱਛਲ ਤਾਰਾ ਕਹਿੰਦੇ ਹਾਂ। ਠੀਕ ਹੈ। ਤੇ ਐਸਟੇਰੋਇਡ ਬੱਚਿਓ ਮਾਰਸ ਵਿੱਚ ਤੇ ਜੂਪੀਟਰ ਵਿੱਚ ਜਿਹੜੀ ਆਰਬਿਟ ਨੇ ਦੋ, ਉਹਨਾਂ ਦੇ ਵਿੱਚ ਇੱਕ ਬੈਲਟ ਹੈਗੀ ਹੈ। ਠੀਕ ਹੈ। ਤੇ ਐਸਟੇਰੋਇਡਸ ਦੀ ਉਹ 'ਚ ਨਿੱਕੇ ਨਿੱਕੇ ਪਹਾੜੀਆਂ ਟਾਈਪ ਹੈਗੇ ਨੇ, ਤੇ ਵੱਡੇ ਵੱਡੇ ਪੱਥਰ, ਜਿਹੜਾ ਇੱਕ ਬਹੁਤ ਵੱਡਾ ਪੱਥਰ ਪੁਲਾੜ ਤੋਂ ਐਸਟੇਰੋਇਡ, ਅਸੀਂ ਬਹੁਤ ਚੱਟਾਨ ਮਤਲਬ ਪਹਾੜ ਵਾਂਗੂ ਡਿੱਗਿਆ ਧਰਤੀ ਤੇ ਧਰਤੀ ਬੜੀ ਹਿਲਜੁਲ ਹੋਈ, ਮਤਲਬ ਕਿ ਕੋਈ ਭੁਚਾਲ ਆਏ ਹੋਣਗੇ, ਕੋਈ ਦਬ ਗਏ, ਕੋਈ ਮਰ ਗਏ, ਮਤਲਬ ਇੰਨਾ ਜ਼ਬਰਦਸਤ ਟੱਕਰ ਹੋਈ ਪੁਲਾੜ ਦੇ ਵਿੱਚ ਧਰਤੀ ਦੇ ਨਾਲ, ਐਸਟੇਰੋਇਡ ਦੇ ਨਾਲ। ਐਸਟੇਰੋਇਡ ਹੁੰਦਾ ਹੈ ਜਿਹੜਾ ਕਿ ਪੁਲਾੜ ਦੇ ਵਿੱਚੋਂ ਕੋਈ ਜਿਹੜਾ ਪੱਥਰ ਚੱਟਾਨ ਜਿਹੜਾ ਬੋਡੀ ਸੀਗੀ ਉਹ ਡਿੱਗੀ ਤੇ ਉਹਦੇ ਨਾਲ ਫਿਰ ਇਹਨਾਂ ਦਾ ਖਾਤਮਾ ਹੋ ਗਿਆ। ਫਿਰ ਕਹਿੰਦੇ ਰਿਜ਼ਲਟ ਆਫ ਦੀ ਐਸਟੇਰੋਇਡ ਹਿੱਟ, ਰਿਜ਼ਲਟ ਮੈਨੇ ਨਤੀਜਾ। ਕਹਿੰਦੇ ਐਸਟੇਰੋਇਡ ਜਦੋਂ ਹਿੱਟ ਕੀਤਾ, ਇਹਨੇ ਜਦੋਂ ਧਰਤੀ ਨੂੰ ਇਹਨਾਂ ਮਤਲਬ ਕਿ ਉਹ ਟੱਕਰ ਹੋਈ ਐਸਟੇਰੋਇਡ ਦੀ, ਤੇ ਉਹਦਾ ਨਤੀਜਾ ਕੀ ਨਿਕਲਿਆ? ਕਹਿੰਦੇ ਮਾਸ ਐਕਸਟਿੰਕਸ਼ਨ ਆਫ ਮੋਸਟ ਸਪੀਸ਼ੀਜ਼ ਔਨ ਅਰਥ। ਕਹਿੰਦੇ ਇਕੱਲਾ ਡਾਇਨਾਸੌਰ ਹੀ ਨਹੀਂ, ਬਹੁਤ ਸਾਰੀਆਂ ਜ਼ਿਆਦਾਤਰ ਨਸਲਾਂ ਜਿਹੜੀਆਂ ਸੀਗੀਆਂ ਜਾਨਵਰਾਂ ਦੀਆਂ, ਪੰਛੀਆਂ ਦੀਆਂ, ਹੋਰ ਕਈ ਜੀਵ ਜੰਤੂ ਸੀ,
ਧਰਤੀ ਤੇ ਉਹਨਾਂ ਦਾ ਮਾਸ ਐਕਸਟਿੰਕਸ਼ਨ ਮਣੀ ਬੜੀ ਵੱਡੀ ਪੱਧਰ ਤੇ ਬਹੁਤ ਵੱਡੀ ਤਾਦਾਦ ਵਿੱਚ ਉਹਨਾਂ ਦਾ ਖਾਤਮਾ ਹੋ ਗਿਆ। ਠੀਕ ਹੈ, ਹੁਣ ਇਹ ਹੈਗੀ ਜਾਣਕਾਰੀ। ਅੱਗੇ ਹੁਣ ਡਾਇਲੋਗ ਸ਼ੁਰੂ ਹੁੰਦਾ ਜੋ ਉਹਨਾਂ ਨੇ ਅੱਧਾ ਕੀਤਾ ਤੇ ਅਸੀਂ ਇਹ ਜਾਣਕਾਰੀ ਬੱਚਿਓ ਵਰਤ ਕੇ ਉਹ ਡਾਇਲੋਗ ਨੂੰ ਪੂਰਾ ਕਰਾਂਗੇ। ਓਕੇ, ਹੁਣ ਡਾਇਲੋਗਸ ਹੈਗੇ ਨੇ। ਸਪੈਰੋ ਕਹਿੰਦੀ ਹੈਲੋ ਸਟ੍ਰੇਂਜਰ, ਕਿ ਹਾਂਜੀ ਹਾਂ ਵੀ ਪਰਦੇਸੀ ਸਟ੍ਰੇਂਜਰ ਨੇ, ਕਿਉਂਕਿ ਉਹ ਡਾਇਨਾਸੌਰ ਤੇ ਹੁੰਦੇ ਨਹੀਂ, ਤਾਂ ਡਾਇਨਾਸੌਰ ਧਰਤੀ ਤੇ ਆਇਆ ਹੈ, ਇੱਕ ਮਤਲਬ ਕਲਪਨਾ ਹੈਗੀ ਹੈ। ਤੇ ਚਿੜੀ ਕਹਿੰਦੀ ਹੈ ਹੈਲੋ ਸਟ੍ਰੇਂਜਰ, ਹਾਂ ਵੀ ਪਰਦੇਸੀ, ਹਾਂ ਵੀ ਅਜਨਬੀ, ਯੂ ਆਰ ਸੋ ਹਿਊਜ, ਤੂੰ ਤੇ ਬਹੁਤ ਵੱਡਾ ਹੈ। ਹਾਊ ਕੈਨ ਆਈ ਹੈਲਪ ਯੂ, ਮੈਂ ਤੇਰੀ ਕੀ ਮਦਦ ਕਰ ਸਕਦੀ ਹਾਂ। ਡਾਇਨਾਸੌਰ ਕਹਿੰਦਾ ਓ ਹੈਲੋ, ਕਹਿੰਦਾ ਐਕਚੁਅਲੀ ਆਈ ਐਮ ਨਾਟ ਅ ਸਟ੍ਰੇਂਜਰ, ਕਹਿੰਦੇ ਅਸਲ ਵਿੱਚ ਮੈਂ ਪਰਦੇਸੀ ਨਹੀਂ ਹੈਗਾ। ਆਈ ਯੂਜ਼ ਟੂ ਲਿਵ ਹੇਅਰ 66 ਮਿਲੀਅਨ ਈਅਰਸ ਅਗੋ, ਮੈਂ ਇਸ ਧਰਤੀ ਤੇ 66 ਮਿਲੀਅਨ ਸਾਲ ਪਹਿਲਾਂ ਰਹਿੰਦਾ ਸੀ। 6 ਕਰੋੜ 60 ਲੱਖ ਸਾਲ ਪਹਿਲਾਂ ਮੈਂ ਇਸ ਧਰਤੀ ਦਾ ਹੀ ਵਸਨੀਕ ਸੀਗਾ, ਤੇ ਇਸ ਕਰਕੇ ਮੈਂ ਪਰਦੇਸੀ ਨਹੀਂ ਹੈਗਾ। ਕਹਿੰਦੇ ਹਿਊਮਨਸ ਕਾਲ ਅਸ ਡਾਇਨਾਸੌਰਸ, ਜਿਹੜੇ ਇਨਸਾਨ ਨੇ, ਮਨੁੱਖ ਨੇ, ਉਹ ਸਾਨੂੰ ਡਾਇਨਾਸੌਰ ਆਖਦੇ ਨੇ। ਸੋ ਆਈ ਐਮ ਜਸਟ ਐਕਸਪਲੋਰਿੰਗ ਹਾਊ ਮਚ ਦੀ ਪਲੈਨਟ ਹੈਜ਼ ਚੇਂਜ, ਪਲੈਨਟ ਮੈਨੇ ਗ੍ਰਹਿ, ਸਾਡੇ ਗ੍ਰਹਿ ਦਾ ਕੀ ਨਾਮ ਹੈ, ਅਰਥ, ਧਰਤੀ ਹੈ ਨਾ, ਤੇ ਇਹ ਗ੍ਰਹਿ ਹੈਗਾ। ਕਹਿੰਦਾ ਸੋ ਆਈ ਐਮ ਜਸਟ ਐਕਸਪਲੋਰਿੰਗ, ਕਹਿੰਦੇ ਮੈਂ ਤੇ ਸਿਰਫ ਮਾੜਾ ਪੜਤਾਲ ਕਰਨ ਆਇਆ, ਖੋਜ ਕਰਨ ਆਇਆ ਵੀ ਉਦੋਂ ਤੋਂ ਲੈ ਕੇ ਹੁਣ ਤੱਕ ਧਰਤੀ, ਇਹ ਜਿਹੜਾ ਸਾਡਾ ਗ੍ਰਹਿ ਵੇ, ਇਹ ਕਿੰਨਾ ਕੁ ਬਦਲ ਗਿਆ, ਕਿੰਨਾ ਕੁ ਚੇਂਜ ਆ ਗਈ ਹੈ। ਤੇ ਸਪੈਰੋ ਕਹਿੰਦੀ ਉਹ ਰੀਅਲੀ, ਕਹਿੰਦੀ ਅੱਛਾ ਸੱਚੀ। ਹਾਊ ਮਚ ਹੈਜ਼ ਇਟ ਚੇਂਜਡ, ਵੀ ਤੇਰੇ ਹਿਸਾਬ ਨਾਲ ਤੂੰ ਦੱਸ ਕਿੰਨਾ ਕੁ ਚੇਂਜ ਹੋ ਗਿਆ, ਕਿੰਨਾ ਕੁ ਬਦਲ ਗਿਆ। ਫਿਰ ਡਾਇਨਾਸੌਰ ਕਹਿੰਦੇ ਦੇयर वर नो ਹਿਊਮਨਸ ਐਂਡ ਬਿਲਡਿੰਗਸ, ਕਹਿੰਦੇ ਜਦੋਂ ਅਸੀਂ ਸੀਗੇ ਨਾ ਉਦੋਂ ਇਨਸਾਨ ਵੀ ਨਹੀਂ ਸੀਗੇ ਧਰਤੀ ਤੇ। ਦੇयर वर नो ਹਿਊਮਨਸ ਐਂਡ ਬਿਲਡਿੰਗਸ, ਤੇ ਕੋਈ ਭਵਨ, ਕੋਈ ਬਿਲਡਿੰਗਾਂ, ਕੋਈ ਮਕਾਨ, ਕੋਈ ਫੈਕਟਰੀਆਂ, ਇਹਦਾ ਕੁਝ ਵੀ ਨਹੀਂ ਸੀਗਾ। ਵੈਨ ਆਈ ਯੂਜ਼ ਟੂ ਲਿਵ, ਜਦੋਂ ਮੈਂ ਰਹਿੰਦਾ ਸੀ। ਨੋ ਪੋਲਿਊਸ਼ਨ, ਤੇ ਕੋਈ ਪ੍ਰਦੂਸ਼ਣ ਵੀ ਕੋਈ ਨਹੀਂ ਸੀਗਾ। ਹਵਾ ਨੂੰ ਗੰਦਾ ਕਰਨ ਵਾਲਾ, ਪਾਣੀ ਨੂੰ ਗੰਦਾ ਕਰਨ ਵਾਲਾ, ਧਰਤੀ ਨੂੰ ਗੰਦਾ ਕਰਨ ਵਾਲਾ ਕੋਈ ਸਬੱਬ ਨਹੀਂ ਸੀ। ਨੋ ਗਲੋਬਲ ਵਾਰਮਿੰਗ, ਤੇ ਗਲੋਬਲ ਵਾਰਮਿੰਗ ਵੀ ਕੋਈ ਨਹੀਂ ਸੀ। ਆਲਮੀ ਤਪਸ਼ ਉਹ ਵੀ ਨਹੀਂ ਸੀਗੀ। ਸਪੈਰੋ ਕਹਿੰਦੀ ਉਹ ਅੱਛਾ, ਕਹਿੰਦੇ ਟੈਲ ਮੀ ਸਮ ਮੋਰ, ਕਹਿੰਦੇ ਮੈਨੂੰ ਹੋਰ ਗੱਲਾਂ ਵੀ ਦੱਸੋ ਸ਼੍ਰੀਮਾਨ ਜੀ, ਸਰ ਮੈਨੂੰ ਕੁਝ ਹੋਰ ਵੀ ਦੱਸੋ। ਫਿਰ ਡਾਇਨਾਸੌਰ ਕਹਿੰਦਾ ਦੇयर वर ਟਰੀਜ਼ ਆਲ ਅਰਾਊਂਡ, ਕਹਿੰਦੇ ਚਾਰੋਂ ਪਾਸੇ ਰੁੱਖ ਹੀ ਰੁੱਖ ਸੀਗੇ। ਵੀ ਵਰ ਐਵਰੀਵੇਅਰ, ਤੇ ਅਸੀਂ ਡਾਇਨਾਸੌਰ ਵੀ ਹਰ ਥਾਂ ਤੇ ਸੀਗੇ। ਔਨ ਲੈਂਡ, ਧਰਤੀ ਤੇ ਵੀ ਸੀਗੇ। ਇਨ ਦਾ ਏਅਰ, ਅਸੀਂ ਹਵਾ ਵਿੱਚ ਵੀ ਸੀ, ਉੜਨ ਵਾਲੇ ਵੀ ਸੀ। ਐਂਡ ਇਨ ਵਾਟਰ, ਅਤੇ ਪਾਣੀ ਵਿੱਚ ਵੀ ਸੀਗੇ। ਸਪੈਰੋ ਕਹਿੰਦੀ ਉਹ ਵਾਓ, ਕਹਿੰਦੀ ਵਾਹ ਬਈ ਵਾਹ, ਉਹ ਬੱਲੇ ਬੱਲੇ, ਅੱਛਾ। ਕਹਿੰਦੀ ਵਟ ਵਰ ਦੇ ਕਾਲਡ, ਕਹਿੰਦੇ ਫਿਰ ਉਹਨਾਂ ਨੂੰ ਕੀ ਕਿਹਾ ਜਾਂਦਾ ਸੀ। ਫਿਰ ਡਾਇਨਾਸੌਰ ਕਹਿੰਦਾ ਹਿਊਮਨਸ ਹੈਵ ਨੇਮਡ ਦੀ ਫਲਾਈਂਗ ਡਾਇਨਾਸੌਰਸ ਐਜ਼ ਟੈਰੋਡੈਕਟਿਲ, ਇਹ ਪੀ ਬੱਚਿਓ ਸਾਇਲੈਂਟ ਹੈਗਾ, ਪੀ ਸਾਇਲੈਂਟ ਹੈਗਾ, ਟੈਰੋਡੈਕਟਿਲ। ਕਹਿੰਦੇ ਜਿਹੜੇ ਮਨੁੱਖ ਨੇ ਉਹਨਾਂ ਨੇ ਉੜਨ ਵਾਲੇ ਡਾਇਨਾਸੌਰਸ ਦਾ ਨਾਂ ਦਿੱਤਾ ਟੈਰੋਡੈਕਟਿਲ। ਠੀਕ ਹੈ, ਤੇ ਫਿਰ ਉਹ ਚੜੀ ਕਹਿੰਦੀ ਐਂਡ ਵਟ ਅਬਾਊਟ ਦੀ ਵਨਸ ਦੈਟ ਲਿਵਡ ਇਨ ਦੀ ਵਾਟਰ, ਤੇ ਕਹਿੰਦੀ ਫਿਰ ਉਹਨਾਂ ਬਾਰੇ ਦੱਸੋ ਜਿਹੜੇ ਪਾਣੀ ਵਿੱਚ ਰਹਿੰਦੇ ਸੀ, ਵੀ ਉਹਨਾਂ ਨੂੰ ਕੀ ਕਿਹਾ ਜਾਂਦਾ ਸੀ। ਫਿਰ ਕਹਿੰਦਾ ਦੇ ਹੈਵ ਬੀਨ ਨੇਮਡ ਐਜ਼ ਸਪਾਈਨੋਸੌਰਸ, ਕਹਿੰਦੇ ਉਹਨਾਂ ਨੂੰ ਸਪਾਈਨੋਸੌਰਸ ਕਿਹਾ ਜਾਂਦਾ ਹੈ, ਉਹਨਾਂ ਦਾ ਨਾਂ ਸਪਾਈਨੋਸੌਰਸ ਦਿੱਤਾ ਗਿਆ ਹੈ। ਸਪੈਰੋ ਕਹਿੰਦੀ ਫਿਰ ਮਿਸਟਰ ਡਾਇਨਾਸੌਰ, ਵੀ ਡਾਇਨਾਸੌਰ ਭਾਜੀ, ਆਈ ਹੈਵ ਸੋ ਮੈਨੀ ਕੁਐਸਚਨਸ ਟੂ ਆਸਕ ਯੂ, ਮੇਰੇ ਕੋਲ ਤੇ ਤੁਹਾਡੇ ਕੋਲ ਪੁੱਛਣ ਲਈ ਬੜੇ ਸਾਰੇ ਸਵਾਲ ਨੇ। ਹੁਣ ਬੱਚਿਓ ਇਹ ਤੁਹਾਡੀ ਕਿਤਾਬ 'ਚ ਇੱਥੇ ਤੱਕ ਦਿੱਤਾ ਹੈ, ਹੁਣ ਅਸੀਂ ਗੱਲ ਅੱਗੇ ਤੋਰਨੀ ਹੈ। ਠੀਕ ਹੈ, ਸੋ ਗੱਲ ਹੁਣ ਅਸੀਂ ਅੱਗੇ ਤੋਰਾਂਗਾ। ਅਗਲਾ ਜਿਹੜਾ ਹਿੱਸਾ ਮੈਂ ਬਣਾ ਕੇ ਲਿਖਿਆ ਤੁਹਾਡੇ ਲਈ, ਉਹ ਤੁਸੀਂ ਨੋਟ ਕਰ ਲੈਣਾ। ਤੇ ਉਹ ਜਿਹੜੇ ਸਵਾਲ ਅਸੀਂ ਬਣਾਏ ਨੇ, ਉਹ ਜਿਹੜੀ ਉੱਤੇ ਟੇਬਲ ਤੇ ਜਾਣਕਾਰੀ ਦਿੱਤੀ ਸੀਗੀ ਹੈ ਨਾ, ਉਹਦੇ ਹਿਸਾਬ ਨਾਲ ਬਣਾਏ ਨੇ, ਤੇ ਉਹਦੇ ਜਵਾਬ ਵੀ ਉਹਦੇ ਹਿਸਾਬ ਨਾਲ ਨੇ। ਸੋ ਦੇਖੀਏ, ਸੋ ਸਪੈਰੋ ਕਹਿੰਦੀ ਹੈ ਅੱਛਾ, ਇਹ ਗੱਲ ਮੈਂ ਰਿਪੀਟ ਕਰਤੀ ਕੰਟੀਨਿਊ ਕਰਨ ਲਈ। ਮਿਸਟਰ ਡਾਇਨਾਸੌਰ ਆਈ ਹੈਵ ਸੋ ਮੈਨੀ ਕੁਐਸਚਨਸ ਟੂ ਆਸਕ ਯੂ, ਕਿ ਡਾਇਨਾਸੌਰ ਭਾਜੀ ਮੇਰੇ ਕੋਲ ਤੁਹਾਡੇ ਕੋਲ ਪੁੱਛਣ ਲਈ, ਮੇਰੇ ਕੋਲ ਤੁਹਾਡੇ ਨੂੰ ਪੁੱਛਣ ਲਈ ਬੜੇ ਸਾਰੇ ਸਵਾਲ ਨੇ। ਸੋ ਡਾਇਨਾਸੌਰ ਕਹਿੰਦਾ ਗੋ ਅਹੈਡ, ਕਹਿੰਦਾ ਠੀਕ ਹੈ ਪੁੱਛੋ। ਆਈ ਵੁੱਡ ਬੀ ਗਲੈਡ ਟੂ ਆਨਸਰ, ਮੈਨੂੰ ਜਵਾਬ ਦੇਣ ਵਿੱਚ ਖੁਸ਼ੀ ਹੋਏਗੀ। ਫਿਰ ਸਪੈਰੋ ਪਹਿਲਾ ਸਵਾਲ ਪੁੱਛਦੀ ਹੈ, ਜਿਹੜੀ ਚਿੜੀ ਹੈ, ਕਹਿੰਦੀ ਵੈਨ ਡਿਡ ਯੂ ਫਸਟ ਅਪੀਅਰ ਔਨ ਦੀ ਅਰਥ, ਕਹਿੰਦੇ ਸਭ ਤੋਂ ਪਹਿਲਾਂ ਤੁਸੀਂ ਧਰਤੀ ਤੇ ਕਦੋਂ ਆਏ। ਫਿਰ ਡਾਇਨਾਸੌਰ ਜਵਾਬ ਦਿੰਦਾ ਹੈ ਵੀ ਅਪੀਅਰਡ ਔਨ ਦੀ ਅਰਥ 235 ਮਿਲੀਅਨ ਈਅਰਸ ਅਗੋ, ਉਹ ਜਾਣਕਾਰੀ ਦਿੱਤੀ ਹੋਈ ਹੈ ਨਾ ਉੱਤੇ, ਫਸਟ ਅਪੀਅਰ 235 ਮਿਲੀਅਨ ਈਅਰਸ ਅਗੋ। ਸੋ ਮੈਂ ਇਹਦਾ ਸਵਾਲ ਬਣਾਤਾ, ਵੈਨ ਡਿਡ ਯੂ ਫਸਟ ਅਪੀਅਰ ਔਨ ਦੀ ਅਰਥ, ਤੁਸੀਂ ਧਰਤੀ ਦੇ ਪਹਿਲ ਕਦੋਂ ਆਏ। ਸੋ ਉਹ ਕਹਿੰਦਾ, ਡਾਇਨਾਸੌਰ ਕਹਿੰਦਾ ਵੀ ਅਪੀਅਰਡ ਔਨ ਦੀ ਅਰਥ
235 ਮਿਲੀਅਨ ਈਅਰਸ ਅਗੋ, ਅਸੀਂ 23.5 ਕਰੋੜ ਸਾਲ ਪਹਿਲਾਂ 235 ਮਿਲੀਅਨ ਸਾਲ ਪਹਿਲਾਂ ਅਸੀਂ ਇਸ ਧਰਤੀ ਤੇ ਆਏ। ਫਿਰ ਚਿੜੀ ਪੁੱਛਦੀ ਹੈ ਵਟ ਵਾਜ਼ ਯੂਰ ਕਲਾਸ ਆਫ ਸਪੀਸ਼ੀਜ਼, ਤੁਹਾਡੀ ਜਿਹੜੀ ਕਲਾਸ, ਤੁਹਾਡੀ ਜਿਹੜੀ ਨਸਲ ਸੀਗੀ ਉਹਦਾ ਕੀ ਨਾਂ ਸੀ? ਉਹ ਕਹਿੰਦਾ ਵੀ ਬਿਲੋਂਗ ਟੂ ਦੀ ਰੈਪਟਾਈਲ ਕਲਾਸ, ਅਸੀਂ ਰੈਪਟਾਈਲ ਕਲਾਸ ਨੂੰ ਬਿਲੋਂਗ ਕਰਦੇ ਸੀ, ਮਤਲਬ ਕਿ ਜੋ ਰੇਂਗਣ ਵਾਲੇ ਜਿਹੜੇ ਜਾਨਵਰ ਨੇ ਅਸੀਂ ਉਸ ਕਲਾਸ ਵਿੱਚ ਆਉਂਦੇ ਸੀ। ਫਿਰ ਚਿੜੀ ਕਹਿੰਦੀ ਹੈ ਹਾਊ ਸਮਾਲ ਔਰ ਬਿਗ ਵਰ ਯੂ, ਕਹਿੰਦੇ ਤੁਸੀਂ ਛੋਟੇ ਤੇ ਵੱਡੇ ਕਿੰਨੇ ਕਿੰਨੇ ਸਾਈਜ਼ ਵਿੱਚ ਆਉਂਦੇ ਸੀ, ਛੋਟੇ ਤੋਂ ਛੋਟੇ ਕਿੰਨੇ ਸੀ, ਵੱਡੇ ਤੋਂ ਵੱਡੇ ਕਿੰਨੇ ਸੀ? ਸੋ ਉਹ ਕਹਿੰਦਾ, ਡਾਇਨਾਸੌਰ ਕਹਿੰਦਾ ਵੀ ਵਰ ਇਨ ਵੇਰੀਅਸ ਸਾਈਜ਼ਸ, ਅਸੀਂ ਭਾਂਤ ਭਾਂਤ ਦੇ ਆਕਾਰਾਂ ਵਿੱਚ ਸੀਗੇ, ਕਈ ਕਿਸਮ ਦੇ ਆਕਾਰਾਂ ਵਿੱਚ ਸੀਗੇ, ਰੇਂਜਿੰਗ ਫਰੋਮ, ਕਿੱਥੋਂ ਦੀ ਲੈ ਕੇ ਕਿੱਥੇ ਤੱਕ, ਕਹਿੰਦੇ 20 ਇੰਚ ਤੋਂ ਲੈ ਕੇ 39.7 ਮੀਟਰ ਤੱਕ ਸੀ ਅਸੀਂ। ਹਾਂ 20 ਇੰਚ ਦੇ ਜਿਹੜੇ ਛੋਟੇ ਛੋਟੇ ਸੀ ਤੇ 39.7 ਮੀਟਰ ਤੱਕ ਵੱਡੇ ਵੱਡੇ ਸੀ। ਫਿਰ ਕਹਿੰਦਾ ਦੀ ਲਾਰਜੈਸਟ ਡਾਇਨਾਸੌਰ ਵਾਜ਼ 59 ਮੀਟਰਸ ਹਾਈ, ਤੇ ਜਿਹੜਾ ਸਭ ਤੋਂ ਵੱਡਾ ਡਾਇਨਾਸੌਰ ਸੀ ਉਹਦਾ ਕੱਦ ਜਿਹੜਾ ਸੀ 59 ਮੀਟਰ ਸੀ। ਫਿਰ ਚਿੜੀ ਕਹਿੰਦੀ ਹੈ, ਕਹਿੰਦੀ ਹਾਊ ਲੌਂਗ ਡਿਡ ਯੂਅਰ ਕਲਾਸ ਲਿਵ ਔਨ ਦੀ ਅਰਥ, ਕਹਿੰਦੇ ਫਿਰ ਜਿਹੜੀ ਤੁਹਾਡੀ ਨਸਲ ਹੈ ਇਹ ਧਰਤੀ ਤੇ ਕਿੰਨਾ ਸਮਾਂ ਰਹੀ? ਫਿਰ ਡਾਇਨਾਸੌਰ ਕਹਿੰਦਾ ਵੀ ਸਰਵਾਈਵਡ ਫॉर 150 ਮਿਲੀਅਨ ਈਅਰਸ ਅਗੋ ਔਨ ਦਿਸ ਪਲੈਨਟ, ਕਹਿੰਦੇ ਅਸੀਂ ਇਸ ਧਰਤੀ ਤੇ, ਇਸ ਗ੍ਰਹਿ ਤੇ 150 ਮਿਲੀਅਨ ਸਾਲ ਤੱਕ ਰਹੇ, ਅਰਥਾਤ 15 ਕਰੋੜ ਸਾਲ ਤੱਕ ਅਸੀਂ ਇਸ ਧਰਤੀ ਤੇ ਵਸੇਬਾ ਰੱਖਿਆ। ਫਿਰ ਚਿੜੀ ਕਹਿੰਦੀ ਹੈ, ਕਿਉਂਕਿ ਕਹਿੰਦੇ ਸਿਰਫ 150 ਮਿਲੀਅਨ ਈਅਰ ਤੱਕ। ਫਿਰ ਕਹਿੰਦੀ ਵਟ ਹੈਪਨ ਦੈਨ, ਉਸ ਤੋਂ ਬਾਅਦ ਕੀ ਹੋਇਆ? ਫਿਰ ਕੀ ਹੋਇਆ? ਵਟ ਹੈਪਨ ਦੈਨ? ਫਿਰ ਡਾਇਨਾਸੌਰ ਕਹਿੰਦਾ ਐਨ ਐਸਟੇਰੋਇਡ ਹਿੱਟ ਦੀ ਅਰਥ, ਪੁਲਾੜ ਦੇ ਵਿੱਚੋਂ ਇੱਕ ਬਹੁਤ ਵੱਡੀ ਪਹਾੜੀ ਆਈ ਤੇ ਉਹਨੇ ਧਰਤੀ ਤੇ ਠਾਹ ਕਰਕੇ ਵੱਜੀ, ਵਾਈਪਿੰਗ ਅਸ ਆਫ ਦੀ ਫੇਸ ਆਫ ਦੀ ਪਲੈਨਟ, ਤੇ ਸਾਡਾ ਧਰਤੀ ਦੇ ਗ੍ਰਹਿ ਤੋਂ ਸਾਡਾ ਮਤਲਬ ਕਿ ਨਾਮੋ ਨਿਸ਼ਾਨ ਮਿਟਾ ਦਿੱਤਾ। ਵਾਈਪਿੰਗ ਆਫ ਹੁੰਦਾ ਬੱਚੋ ਨਾਮੋ ਨਿਸ਼ਾਨ ਮਿਟਾ ਦੇਣਾ, ਸਾਡਾ ਇੱਕ ਵਾਰ ਨਾਮੋ ਨਿਸ਼ਾਨ ਮਿਟਾ ਦਿੱਤਾ, ਸਾਨੂੰ ਜੜੋਂ ਪੁੱਟ ਕੇ ਰੱਖ ਦਿੱਤਾ। ਕਹਿੰਦੇ ਨਾਟ ਜਸਟ ਅਸ, ਕਹਿੰਦੇ ਸਿਰਫ ਅਸੀਂ ਹੀ ਨਹੀਂ, ਮੋਸਟ ਅਦਰ ਸਪੀਸ਼ੀਜ਼ ਆਲਸੋ ਸਫਰਡ ਐਕਸਟਿੰਕਸ਼ਨ, ਕਹਿੰਦੇ ਬਹੁਤ ਸਾਰੀਆਂ ਜ਼ਿਆਦਾਤਰ ਨਸਲਾਂ ਜਿਹੜੀਆਂ ਸੀਗੀਆਂ ਉਹ ਵੀ ਇੱਕੋਦਮ ਅਲੋਪ ਹੋ ਗਈਆਂ, ਉਹਨਾਂ ਦਾ ਵੀ ਮਲੀਆ ਮੇਟ ਹੋ ਗਿਆ, ਉਹ ਧਰਤੀ ਦੇ ਤਲ ਤੋਂ ਉਹਨਾਂ ਦਾ ਨਾਮੋ ਨਿਸ਼ਾਨ ਮਿਟ ਗਿਆ। ਫਿਰ ਸਪੈਰੋ ਕਹਿੰਦੀ ਉਹ ਅੱਛਾ, ਫਿਰ ਕਹਿੰਦੀ ਲੁਕਿੰਗ ਵਰਿਡ, ਉਹ ਜਿਹੜੀ ਚਿੜੀ ਹੈ ਉਹ ਵਿਚਾਰੀ ਚਿੰਤਤ ਜੀ ਦਿਖਣ ਲੱਗ ਗਈ। ਤੇ ਡਾਇਨਾਸੌਰ ਕਹਿੰਦਾ ਵਟ ਹੈਪਨਡ, ਕੀ ਹੋਇਆ? ਯੂ ਆਰ ਲੁਕਿੰਗ ਵਰਿਡ, ਤੇ ਸਪੈਰੋ ਕਹਿੰਦੀ ਹੈ ਆਈ ਐਮ ਵਰਿਡ ਦੈਟ ਵੀ ਆਰ ਆਲਸੋ ਅਬਾਊਟ ਟੂ ਬਿਕਮ ਐਕਸਟਿੰਕਟ, ਕਹਿੰਦੇ ਮੈਂ ਇਸ ਗੱਲ ਤੇ ਚਿੰਤਿਤ ਹਾਂ ਕਿ ਅਸੀਂ ਵੀ ਲੱਗਦਾ ਅਲੋਪ ਹੋ ਜਾਵਾਂਗੇ, ਚਿੜੀ ਕਹਿੰਦੀ ਹੈ। ਸੋ ਡਾਇਨਾਸੌਰ ਕਹਿੰਦਾ ਹਾਊ ਸੋ, ਕਹਿੰਦਾ ਉਹ ਕਿਵੇਂ? ਸੋ ਸਪੈਰੋ ਕਹਿੰਦੀ ਐਜ਼ ਯੂ ਸੈਡ, ਕਹਿੰਦੇ ਜਿਵੇਂ ਤੂੰ ਕਿਹਾ, ਟਰੀਜ਼ ਆਰ ਰਿਡਿਊਸਿੰਗ, ਜਿਹੜੇ ਰੁੱਖ ਨੇ ਉਹ ਘਟਦੇ ਜਾ ਰਹੇ ਨੇ, ਐਂਡ ਪੋਲਿਊਸ਼ਨ ਇਜ਼ ਆਲ ਅਰਾਊਂਡ, ਤੇ ਸਾਰੇ ਪਾਸੇ ਚਾਰੋਂ ਪਾਸੇ ਪ੍ਰਦੂਸ਼ਣ ਹੀ ਪ੍ਰਦੂਸ਼ਣ ਹੈਗਾ। ਏਅਰ ਇਜ਼ ਫਿਲਥੀ, ਹਵਾ ਬਿਲਕੁਲ ਗੰਦਲੀ ਹੋ ਚੁੱਕੀ ਹੈ। ਵਾਟਰ ਇਜ਼ ਡਰਟੀ, ਪਾਣੀ ਵੀ ਗੰਦਾ ਹੈ। ਐਂਡ ਦੀ ਸੋਇਲ ਇਜ਼ ਪੋਇਜ਼ਨਸ, ਅਤੇ ਮਿੱਟੀ ਜਿਹੜੀ ਹੈ ਉਹ ਜ਼ਹਿਰੀਲੀ ਹੋ ਗਈ ਹੈ। ਪੈਸਟੀਸਾਈਡਸ, ਕੀੜੇ ਮਾਰ ਦਵਾਈਆਂ, ਕੈਮੀਕਲਸ, ਰਸਾਇਣਿਕ ਪਦਾਰਥ, ਫਰਟੀਲਾਈਜ਼ਰ, ਬਣਾਉਟੀ ਜਿਹੜੇ ਢੇਰ ਹੈਗੇ ਨੇ, ਕਹਿੰਦੇ ਦਾ ਲਿਸਟ ਇਜ਼ ਲੌਂਗ, ਇਹ ਸੂਚੀ ਬਹੁਤ ਲੰਬੀ ਹੈ। ਚਿੜੀ ਉਹਨੂੰ ਕਹਿੰਦੀ ਹੈ, ਕਹਿੰਦੀ ਦੀ ਫਾਈਨਲ ਬਲੋ ਹੈਜ਼ ਕਮ ਇਨ ਦੀ ਫਾਰਮ ਆਫ ਮੋਬਾਈਲ ਫੋਨ ਟਾਵਰਸ ਪੁਸ਼ਿੰਗ ਅਸ ਟੂ ਐਕਸਟਿੰਕਸ਼ਨ, ਤੇ ਕਹਿੰਦੇ ਜਿਵੇਂ ਕਿ ਇਹ ਸਭ ਘੱਟ ਨਹੀਂ ਸੀ, ਹੁਣ ਅਖੀਰਲੀ ਜਿਹੜੀ ਸੱਟ ਵੱਜੀ ਹੈ ਵੱਡੀ, ਉਹ ਮੋਬਾਈਲ ਫੋਨ ਦੀਆਂ ਜਿਹੜੀਆਂ ਟਾਵਰਾਂ ਨੇ, ਬੁਰਜ ਨੇ, ਮੋਬਾਈਲ ਫੋਨ ਦੀਆਂ ਜਿਹੜੀਆਂ ਮੀਨਾਰ ਹੈਗੇ ਨੇ, ਉਹਨਾਂ ਦੇ ਰੂਪ ਵਿੱਚ ਸਾਡੇ ਤੇ ਇੱਕ ਬੜੀ ਸਖਤ ਸੱਟ ਵੱਜੀ ਹੈ। ਪੁਸ਼ਿੰਗ ਅਸ ਟੂ ਐਕਸਟਿੰਕਸ਼ਨ, ਜਿਹਨੇ ਸਾਨੂੰ ਮਤਲਬ ਕਿ ਅਲੋਪ ਹੋਣ ਵਾਲੇ ਪਾਸੇ ਧੱਕ ਦਿੱਤਾ ਹੈ, ਕਿ ਸਾਡਾ ਹੁਣ ਮਤਲਬ ਕਿ ਸਾਡਾ ਖਾਤਮਾ ਜਿਹੜਾ ਹੈ ਉਹ ਬਹੁਤ ਨੇੜੇ ਹੋ ਗਿਆ ਹੈ। ਸੋ ਡਾਇਨਾਸੌਰ ਕਹਿੰਦਾ ਓ ਆਈ ਐਮ ਸੌਰੀ ਟੂ ਹੀਅਰ ਦੈਟ, ਮੈਨੂੰ ਇਹ ਸੁਣ ਕੇ ਬੜਾ ਅਫਸੋਸ ਹੈ। ਫਿਰ ਉਹ ਕਹਿੰਦਾ ਦੀ ਓਨਲੀ ਡਿਫਰੈਂਸ ਇਜ਼ ਦੈਟ, ਪਰ ਇੱਕੋ ਫਰਕ ਹੈਗਾ ਕਿ ਵੀ ਬਿਕੇਮ ਐਕਸਟਿੰਕਟ ਬਾਈ ਅ ਫੋਰਸ ਆਫ ਨੇਚਰ, ਕਹਿੰਦੇ ਅਸੀਂ ਤੇ ਇਸ ਕਰਕੇ ਅਲੋਪ ਹੋਏ ਕਿ ਇਹ ਕੁਦਰਤ ਦਾ ਇੱਕ ਵਰਤਾਰਾ ਸੀ ਕਿ ਐਸਟੇਰੋਇਡ ਜਿਹੜਾ ਆ ਕੇ ਪੁਲਾੜ ਦੇ ਵਿੱਚੋਂ ਇੱਕ ਪਹਾੜੀ ਆ ਕੇ ਧਰਤੀ ਨੂੰ ਵੱਜੀ, ਤਾਂ ਕਰਕੇ ਅਸੀਂ ਐਕਸਟਿੰਕਟ ਹੋ ਗਏ, ਅਲੋਪ ਹੋ ਗਏ। ਐਂਡ ਯੂ ਵਿਲ ਬੀ ਐਕਸਟਿੰਕਟ ਬਿਕੋਜ਼ ਆਫ ਹਿਊਮਨਸ, ਪਰ ਤੁਸੀਂ ਜਿਹੜੇ ਅਗਰ ਇਸ ਧਰਤੀ ਤੋਂ ਤੁਹਾਡਾ ਜੇ ਖਾਤਮਾ ਹੋਏਗਾ ਇਹ ਚਿੜੀਓ, ਤੇ ਉਹ ਮਨੁੱਖਾਂ ਕਰਕੇ ਹੋਏਗਾ, ਉਹ ਕਿਸੇ ਕੁਦਰਤੀ ਵਰਤਾਰੇ ਕਰਕੇ ਨਹੀਂ ਹੋਏਗਾ।
फिर अगे स्पैरो कहती है आई समटाइम्स वंडर, कहती मैं कई बार हैरान होनी हाँ, सोचती हाँ हाउ अ ह्यूमन बीइंग कैन बी सो ग्रीडी, कि कोई भी इंसान इन्ना लालची, ग्रीडी लालची, इरिस्पॉन्सिबल गैर जिम्मेवार, एरोगेंट अहंकारी एंड इनसेंसिटिव पत्थर दिल किवें हो सकता है। सो स्पैरो कहती है चारी देखो ये साडियां गल्लां प्यारे विद्यार्थियों, ये मतलब कि ना तो स्पैरो कोई गल करती है ना डायनासोर कोई हैगा इदा अज की डेट विच। यह तो सानू एक समझाने का तरीका है, ठीक है ना। एक तो साडी बोली दे नाल साडी एक अभ्यास हो रहा है ते नाल असीं कोई चंगियां गल्लां भी अपने लिए सिखणियां है। सो स्पैरो ये कहती आई समटाइम्स वंडर हाउ अ ह्यूमन बीइंग कैन बी सो ग्रीडी, इरिस्पॉन्सिबल, एरोगेंट एंड इनसेंसिटिव। चिड़ी कहती है कि मैं सोचती हाँ भी कोई भी इंसान इन्ना लालची, गैर जिम्मेवार, अहंकारी ਅਤੇ ਸੰਵੇਦਨਹੀਨ ਅਤੇ ਪੱਥਰ ਦਿਲ ਕਿਵੇਂ ਹੋ ਸਕਦਾ ਹੈ। ਸੋ ਡਾਇਨਾਸੌਰ ਕਹਿੰਦਾ ਆਈ ਗੈਸ ਸਮ ਸੈਂਸੀਬਲ ਹਿਊਮਨਸ ਨੀਡ ਟੂ ਰੀਡਿਫਾਈਨ ਪ੍ਰੋਗਰੈਸ ਐਂਡ ਪ੍ਰੋਸਪੈਰਿਟੀ। ਪ੍ਰੋਗਰੈਸ ਹੁੰਦਾ ਬੱਚਿਓ ਤਰੱਕੀ ਤੇ ਪ੍ਰੋਸਪੈਰਿਟੀ ਹੁੰਦੀ ਖੁਸ਼ਹਾਲੀ। ਸੋ ਰੀਡਿਫਾਈਨ ਦਾ ਮਤਲਬ ਹੁੰਦਾ ਬੱਚਿਓ ਮੁੜ ਕੇ ਪਰਿਭਾਸ਼ਿਤ ਕਰਨਾ, ਕੋਈ ਨਵੀਂ ਪਰਿਭਾਸ਼ਾ ਦੇਣੀ। ਸੋ ਆਈ ਗੈਸ ਉਹ ਕਹਿੰਦਾ ਮੈਨੂੰ ਲੱਗਦਾ ਹੈ, ਡਾਇਨਾਸੌਰ ਕਹਿੰਦਾ ਹੈ ਕਿ ਕੁਝ ਸਿਆਣੇ ਮਨੁੱਖਾਂ ਨੂੰ ਖੁਸ਼ਹਾਲੀ ਅਤੇ ਤਰੱਕੀ ਦੀ नवीं परिभाषा देनी चाहिए है। कि असी सोचते हैं कि मैं गड्डियां 4 रख लियां, मैं बड़ी तरक्की कर ली है ना, मैं बड़ी वड्डी कोठी पा ली, सारे पासे पत्थर ही पत्थर लाता तो मैं बड़ी तरक्की कर ली। मैं सोचा कि मैं बैंक में लाखां करोड़ों रुपए इकट्ठे कर ले, मैं बड़ी तरक्की कर ली है ना। मैं घर च AC ला लिया, मैं हुण वन सवन्ने पदार्थ खा सकदा, मेरे को कपड़ों के ढेर लग गए, जुत्तियों के ढेर लग गए तो मैं सोचा कि मैं तरक्की कर ली। सो यह तरक्की नहीं हैगी। सो डायनासौर कहता आई गैस सम ਸੈਂਸੀਬਲ, ਸੈਂਸੀਬਲ ਹੁੰਦਾ ਕੋਈ ਸਿਆਣੇ, ਸੂਝਵਾਨ, ਸੂਝਵਾਨ ਬੰਦੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਪ੍ਰੋਗਰੈਸ ਅਤੇ ਪ੍ਰੋਸਪੈਰਿਟੀ ਦੀ ਕੋਈ ਨਵੀਂ ਪਰਿਭਾਸ਼ਾ ਦੇਣ। ਕਹਿੰਦੇ ਐਨੀਵੇ, ਕਹਿੰਦੇ ਠੀਕ ਹੈ ਆਈ ਵਿਲ ਟੇਕ ਲੀਵ ਆਫ ਯੂ ਨਾਓ, ਮੈਂ ਹੁਣ ਤੇਰੇ ਕੋਲੋਂ ਇਜਾਜ਼ਤ ਲੈਣਾ, ਮੈਂ ਚੱਲਦਾ। ਆਈ ਵਿਸ਼ ਯੂ ਆਲ ਦਾ ਬੈਸਟ, ਮੈਂ ਤੇਰੇ ਅੱਗੇ ਮੈਂ ਤੇਰੇ ਵਾਸਤੇ ਅਰਦਾਸ ਕਰਦਾ ਵੀ ਤੁਹਾਡਾ ਭਲਾ ਹੋਵੇ। ਵਿਸ਼ ਯੂ ਆਲ ਦਾ ਬੈਸਟ, ਵੀ ਤੇਰੇ ਵਾਸਤੇ ਚੰਗਾ ਹੋਵੇ, ਆਉਣ ਵਾਲੇ ਦਿਨ ਤੇਰੇ ਲਈ ਕੋਈ ਚੰਗੀ ਖਬਰ ਲੈ ਕੇ ਆਉਣ। सो प्यारे विद्यार्थियों ऐसी तुहाडी एक्टिविटी नंबर 10 बड़ी रोचक, मैनू तैयार करने च बड़ा मज़ा आया, बड़ा चंगा लग्या। तो यह समस्यावां तो हैगियां ही साडे समाज दियां, ते सानू वड्डियां नू तुहाडे बच्चों तो आसां हैगियां कि जिहड़ियां गलतियां असीं या साडे होर वड्डे बंदियां ने कीतियां लालचवश हो के या अज्ञानतावश हो के, तुसीं उन्हां गलतियां नू ठीक करना है, पानी नू साफ रखना है, हवा नू साफ रखना है ते माया दी दौड़ तो बचना है। ਅਸੀਂ ਧਰਤੀ ਤੇ ਥੋੜੀ ਦੇਰ ਲਈ ਹੈਗੇ ਹਾਂ ਤੇ ਸਾਨੂੰ ਵੀ ਇਹ ਬੱਚਿਓ ਧਿਆਨ ਰੱਖਣਾ ਚਾਹੀਦਾ ਹੈ ਕਿ ਤਰੱਕੀ ਦਾ ਮਤਲਬ ਸਿਰਫ ਤੇ ਸਿਰਫ ਪੈਸਾ ਕਮਾਉਣਾ ਨਹੀਂ ਹੁੰਦਾ। ਤਰੱਕੀ ਦਾ ਮਤਲਬ ਹੁੰਦਾ ਹੈ ਕਿ ਜਿਹੜੀਆਂ ਮਨੁੱਖੀ ਕਦਰਾਂ ਕੀਮਤਾਂ ਨੇ ਉਹਨਾਂ ਨੂੰ ਕਿਵੇਂ ਉਭਾਰਿਆ ਜਾਵੇ ਤਾਂ ਕਿ ਸਾਡਾ ਸਮਾਜ ਵਧੀਆ ਬਣੇ, ਤਾਂ ਕਿ ਸਾਰੇ ਬੰਦੇ ਮਨੁੱਖ ਨੇ ਜਿਹੜੇ ਉਹ ਸੁਖ ਸ਼ਾਂਤੀ ਵਿੱਚ ਵਧੀਆ, ਸਿਹਤਮੰਦ ਤੇ ਖੁਸ਼ੀ ਵਾਲੀ ਜ਼ਿੰਦਗੀ ਜਿਹੜੀ ਹੈ ਉਹ ਇਸ ਧਰਤੀ ਤੇ ਬਤੀਤ ਕਰ ਸਕਣ। ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਮਿਹਨਤ ਦੇ ਨਾਲ, ਲਗਨ ਦੇ ਨਾਲ, ਨੇਮ ਦੇ ਨਾਲ ਆਪਣੀ ਪੜ੍ਹਾਈ ਕਰੀ ਜਾਓ। ਤੇ ਦੇਖੋ ਕਿੰਨਾ ਵਧੀਆ ਇਹ ਸਬਕ ਸੀਗਾ। ਤੇ ਮੈਂ ਚਾਹਾਂਗਾ ਕੁਝ ਬੱਚੇ ਜਿਹੜੇ ਰੁਚੀ ਲੈਂਦੇ ਨੇ ਇਹਨੂੰ ਹੋਰ ਵਧੀਆ ਕਰਨ, ਇਹਨੂੰ ਹੋਰ ਢੰਗ ਦੇ ਨਾਲ ਬਣਾਉਣ ਦੀ ਕੋਸ਼ਿਸ਼ ਕਰਨ। ਤੁਸੀਂ ਮੈਨੂੰ ਭੇਜੋ, ਕਮੈਂਟਸ ਵਿੱਚ ਦੱਸੋ ਤੇ ਕੋਈ ਆਪਣਾ ਆਈਡੀਆ ਦਿਓ ਤੇ ਇਹਨੂੰ ਅਸੀਂ ਹੋਰ ਅੱਗੇ ਵਧਾਵਾਂਗੇ। ਸੋ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।